ਸਾਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ। ਰਾਜਨੀਤੀ ਸ਼ਾਸਤਰ ਵਿਸ਼ੇ ਦੀ 11ਵੀਂ ਜਮਾਤ ਦੀ ਅੱਜ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਉਮੀਦ ਕਰਦਾ ਹਾਂ ਤੁਸੀਂ ਘਰਾਂ ਵਿੱਚ ਬੈਠੇ ਆਨਲਾਈਨ ਸਿੱਖਿਆ ਦਾ ਪੂਰਾ ਲਾਭ ਉਠਾ ਰਹੇ ਹੋਵੋਗੇ। ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਕਲਿੱਕ ਕਰਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਔਨ ਕਰੋ ਅਤੇ ਨਾਲ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਹੈ। ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਰਾਜ, ਇਸ ਦੀਆਂ ਵਿਸ਼ੇਸ਼ਤਾਵਾਂ ਜਾਂ ਤੱਤ। ਇਸ ਪਾਠ ਦੇ ਪ੍ਰਸ਼ਨ ਅਤੇ ਉੱਤਰਾਂ ਦੀ ਦੁਹਰਾਈ। ਇਸ ਪਾਠ ਦੇ ਵੀਡੀਓ ਮੈਂ ਪਹਿਲਾਂ ਹੀ ਅਪਲੋਡ ਕਰ ਚੁੱਕਾ ਹਾਂ। ਅੱਜ ਦੀ ਵੀਡੀਓ ਵਿੱਚ ਅਸੀਂ ਇਸ ਦੇ ਪ੍ਰਸ਼ਨਾਂ ਅਤੇ ਉੱਤਰਾਂ ਦੀ ਦੁਹਰਾਈ ਕਰਾਂਗੇ। ਪ੍ਰਸ਼ਨ ਨੰਬਰ 1, ਸਟੇਟ ਸ਼ਬਦ ਲਾਤੀਨੀ ਭਾਸ਼ਾ ਦੇ ਕਿਸ ਸ਼ਬਦ ਤੋਂ ਨਿਕਲਿਆ ਹੈ? ਲਾਤੀਨੀ ਭਾਸ਼ਾ ਦੇ ਸਟੇਟ ਸ਼ਬਦ ਲਾਤੀਨੀ ਭਾਸ਼ਾ ਦੇ ਸਟੇਟਸ ਸ਼ਬਦ ਤੋਂ ਨਿਕਲਿਆ ਹੈ। ਲਾਤੀਨੀ ਭਾਸ਼ਾ ਵਿੱਚ ਸਟੇਟਸ ਦਾ ਕੀ ਅਰਥ ਹੈ? ਦੂਜਿਆਂ ਦੇ ਮੁਕਾਬਲੇ ਉੱਚਾ ਪੱਧਰ। ਰਾਜ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸਨੇ ਕੀਤੀ? ਤਾਂ ਜਿਹੜਾ ਰਾਜ ਸ਼ਬਦ ਹੈ, ਮੈਕਿਆਵਲੀ, ਇਟਲੀ ਦਾ ਮਹਾਨ ਵਿਦਵਾਨ ਹੋਇਆ ਮੈਕਿਆਵਲੀ, ਉਸਨੇ ਸਭ ਤੋਂ ਪਹਿਲਾਂ ਜਿਹੜਾ ਰਾਜ ਸ਼ਬਦ ਸੀ ਇਹਦੀ ਵਰਤੋਂ ਕੀਤੀ ਸੀ। ਰਾਜਨੀਤੀ ਸ਼ਾਸਤਰ ਵਿੱਚ ਰਾਜ ਸ਼ਬਦ ਦਾ ਇੱਕ ਵਿਸ਼ੇਸ਼ ਅਰਥ ਹੈ। ਇਸ ਦੀ ਵਰਤੋਂ ਸਰਕਾਰ ਦੀ ਥਾਂ ਤੇ ਕਰਨੀ ਗਲਤ ਹੈ। ਠੀਕ, ਗਲਤ? ਬਿਲਕੁਲ ਠੀਕ ਹੈ ਜੀ। ਜਿਹੜਾ ਰਾਜ ਸ਼ਬਦ ਹੈ ਇਹ ਵਿਸ਼ੇਸ਼ ਅਰਥ ਰੱਖਦਾ ਹੈ ਔਰ ਸਰਕਾਰ ਨਾਲੋਂ ਇਹ ਭਿੰਨ ਹੈ, ਇਸ ਲਈ ਇਸ ਥਾਂ ਤੇ ਇਹਦੀ ਵਰਤੋਂ ਨਹੀਂ ਹੋ ਸਕਦੀ। ਰਾਜ ਸ਼ਬਦ ਦੀ ਵਰਤੋਂ ਸੰਘ ਦੀਆਂ ਇਕਾਈਆਂ ਲਈ ਕੀਤੀ ਜਾ ਸਕਦੀ ਹੈ। ਠੀਕ, ਗਲਤ? ਗਲਤ। ਜਿਹੜਾ ਰਾਜ ਸ਼ਬਦ ਹੈ ਇਸ ਦੀ ਵਰਤੋਂ ਸੰਘ ਦੀਆਂ ਇਕਾਈਆਂ, ਜਿਵੇਂ ਭਾਰਤ ਇੱਕ ਸੰਘ ਹੈ ਤੇ ਭਾਰਤ ਇਹ ਸੰਘ ਦੀਆਂ ਇਕਾਈਆਂ ਕਿਹੜੀਆਂ? ਜਿਵੇਂ ਪੰਜਾਬ, ਹਰਿਆਣਾ, ਰਾਜਸਥਾਨ, ਇਹ ਸਾਰੀਆਂ ਰਾਜ ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਰਾਜ ਕਹਿੰਦੇ ਆਮ ਭਾਸ਼ਾ 'ਚ, ਇਹ ਸੰਘ ਦੀਆਂ ਇਕਾਈਆਂ ਹਨ। ਇਹਨਾਂ ਨੂੰ ਰਾਜਨੀਤੀ ਸ਼ਾਸਤਰ ਦੀ ਭਾਸ਼ਾ ਦੇ ਵਿੱਚ ਰਾਜ ਕਹਿਣਾ ਗਲਤ ਹੈ। ਇਸ ਤੋਂ ਬਾਅਦ ਆ ਗਿਆ ਜੀ, ਰਾਜਨੀਤੀ ਸ਼ਾਸਤਰ ਦੀ ਭਾਸ਼ਾ ਵਿੱਚ ਪੰਜਾਬ ਰਾਜ ਹੈ। ਠੀਕ, ਗਲਤ? ਬਿਲਕੁਲ ਗਲਤ ਹੈ ਜੀ। ਰਾਜਨੀਤੀ ਸ਼ਾਸਤਰ ਦੀ ਭਾਸ਼ਾ ਜਿਹੜੀ ਉਹਦੇ ਜਿਹੜਾ ਪੰਜਾਬ ਰਾਜ ਹੈ ਉਹ ਉਸ ਨੂੰ ਰਾਜ ਕਹਿਣਾ ਗਲਤ ਹੈ। ਇਹ ਸੰਘ ਦੀ ਇਕਾਈ ਹੈ, ਇਹਦੇ ਕੋਲੇ ਪ੍ਰਭੂ ਸੱਤਾ ਨਹੀਂ ਹੈ। ਰਾਜਨੀਤੀ ਸ਼ਾਸਤਰ ਦੀ ਭਾਸ਼ਾ ਵਿੱਚ ਭਾਰਤ ਇੱਕ ਰਾਜ ਹੈ। ਬਿਲਕੁਲ ਠੀਕ ਹੈ ਜੀ, ਕਿਉਂਕਿ ਭਾਰਤ ਇੱਕ ਰਾਜ ਹੈ। ਭਾਰਤ ਕੋਲ ਚਾਰੇ ਤੱਤ ਵਸੋਂ, ਨਿਸ਼ਚਿਤ ਭੂਮੀ ਅਤੇ ਸਰਕਾਰ ਅਤੇ ਪ੍ਰਭੂ ਸੱਤਾ ਮੌਜੂਦ ਹਨ। ਰਾਜ ਦੇ 4 ਜ਼ਰੂਰੀ ਤੱਤ ਕਿਹੜੇ ਹਨ? ਵੈਰੀ ਇੰਪੋਰਟੈਂਟ ਕੁਐਸਚਨ, ਬੇਟਾ ਨੋਟ ਕਰ ਲਓ ਇਹਨੂੰ, ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ। 4 ਤੱਤ ਹੈ, ਚਾਰਾਂ ਤੱਤਾਂ ਦੇ ਨਾਂ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਵਸੋਂ, ਨਿਸ਼ਚਿਤ ਭੂਮੀ, ਸਰਕਾਰ, ਪ੍ਰਭੂ ਸੱਤਾ। ਤੇ ਪ੍ਰਭੂ ਸੱਤਾ ਦੀਆਂ ਅੱਗੇ 2 ਕਿਸਮ ਹੈ, ਇਹ ਉਸ ਤੋਂ ਵੀ ਮਹੱਤਵਪੂਰਨ ਪ੍ਰਸ਼ਨ ਹੈ। ਪ੍ਰਭੂ ਸੱਤਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ? 2 ਤਰ੍ਹਾਂ ਦੀ ਹੁੰਦੀ ਹੈ। ਕਿਹੜੀ ਕਿਹੜੀ? ਅੰਦਰਲੀ ਪ੍ਰਭੂ ਸੱਤਾ, ਬਾਹਰਲੀ ਪ੍ਰਭੂ ਸੱਤਾ। ਇਸ ਤੋਂ ਬਾਅਦ ਰਾਜ ਦੀ ਕੋਈ ਇੱਕ ਪਰਿਭਾਸ਼ਾ ਦੱਸੋ। ਤਾਂ ਗਾਰਨਰ ਦੀ ਪਰਿਭਾਸ਼ਾ ਹੈ, ਬਹੁਤ ਵਧੀਆ ਪਰਿਭਾਸ਼ਾ ਹੈ। ਰਾਜ ਥੋੜੇ ਜਾਂ ਬਹੁਤੇ ਲੋਕਾਂ ਦਾ ਇੱਕ ਅਜਿਹਾ ਸਮੂਹ ਹੈ ਜੋ ਧਰਤੀ ਦੇ ਨਿਸ਼ਚਿਤ ਭਾਗ ਵਿੱਚ ਸਥਾਈ ਰੂਪ ਵਿੱਚ ਵਸਦਾ ਹੋਵੇ, ਬਾਹਰਲੇ ਨਿਯੰਤਰਣ ਤੋਂ ਪੂਰੀ ਤਰ੍ਹਾਂ ਜਾਂ ਲਗਭਗ ਸੁਤੰਤਰ ਹੋਵੇ ਅਤੇ ਜਿਸ ਦੀ ਆਪਣੀ ਇੱਕ ਅਜਿਹੀ ਸੰਗਠਿਤ ਸਰਕਾਰ ਹੋਵੇ ਜਿਸ ਦੀ ਆਗਿਆ ਦਾ ਪਾਲਣ ਉੱਥੋਂ ਦੇ ਵਾਸੀ ਸੁਭਾਵਿਕ ਹੀ ਕਰਦੇ ਹੋਣ। ਅਗਲਾ ਪ੍ਰਸ਼ਨ ਹੈ ਜੀ, ਰਾਜ ਦਾ ਸ਼ਾਬਦਿਕ ਅਰਥ ਦੱਸੋ। ਇਹਦਾ ਸ਼ਬਦੀ ਅਰਥ ਕੀ ਹੈ? ਰਾਜ ਸ਼ਬਦ ਅਸੀਂ ਜਾਣਦੇ ਹੀ ਹਾਂ, ਅੰਗਰੇਜ਼ੀ 'ਚ ਇਹਨੂੰ ਸਟੇਟ ਕਿਹਾ ਜਾਂਦਾ ਹੈ ਤੇ ਜਿਹੜਾ ਸਟੇਟ ਸ਼ਬਦ ਹੈ ਇਹ ਲਾਤੀਨੀ ਭਾਸ਼ਾ ਦੇ ਸਟੇਟਸ ਤੋਂ ਨਿਕਲਿਆ ਹੈ। ਲਾਤੀਨੀ ਭਾਸ਼ਾ ਵਿੱਚ ਸਟੇਟਸ ਦਾ ਅਰਥ ਦੂਜਿਆਂ ਦੇ ਮੁਕਾਬਲੇ ਉੱਚਾ ਪੱਧਰ ਹੈ। ਸ਼ਬਦੀ ਅਰਥਾਂ ਦੇ ਪੱਖ ਤੋਂ ਰਾਜ ਉਸ ਸੰਗਠਨ ਦਾ ਨਾਂ ਹੈ ਜਿਸ ਦਾ ਰੁਤਬਾ ਜਾਂ ਪੱਧਰ ਦੂਜਿਆਂ ਸੰਗਠਨਾਂ ਅਤੇ ਲੋਕਾਂ ਦੇ ਰੁਤਬੇ ਜਾਂ ਪੱਧਰ ਤੋਂ ਉੱਚਾ ਹੁੰਦਾ ਹੈ। ਰਾਜ ਦਾ ਅਰਥ ਦੱਸੋ। ਰਾਜ ਇੱਕ ਵਿਸ਼ਵ ਵਿਆਪਕ ਸੰਸਥਾ ਹੈ। ਸੰਸਾਰ ਦੇ ਲਗਭਗ ਸਮੁੱਚੀ ਜਨਸੰਖਿਆ ਭਿੰਨ-ਭਿੰਨ ਖੇਤਰਾਂ ਵਾਲੇ ਸੰਗਠਿਤ ਰਾਜਾਂ ਵਿੱਚ ਰਹਿੰਦੀ ਹੈ। ਰਾਜ ਹੀ ਰਾਜਨੀਤੀ ਸ਼ਾਸਤਰ ਦਾ ਮੁੱਖ ਵਿਸ਼ਾ ਵਸਤੂ ਹੈ। ਰਾਜ ਵਿਅਕਤੀਆਂ ਦਾ ਇੱਕ ਅਜਿਹਾ ਸੰਗਠਿਤ ਸਮੂਹ ਹੈ
ਜੋ ਭੂਮੀ ਦੇ ਇੱਕ ਨਿਸ਼ਚਿਤ ਭਾਗ ਤੇ ਵਸਦਾ ਹੈ, ਜਿਸ ਦੀ ਆਪਣੀ ਸਰਕਾਰ ਹੈ ਤੇ ਜਿਸ ਕੋਲ ਅੰਦਰੂਨੀ ਅਤੇ ਬਾਹਰੀ ਪ੍ਰਭੂਸੱਤਾ ਅਰਥਾਤ ਇਹ ਚਾਰੇ ਤੱਤ ਜਿਨ੍ਹਾਂ ਦੇ ਆਪਾਂ ਡਿਸਕਸ ਕੀਤੇ, ਚਾਰੇ ਤੱਤ ਰਾਜ ਕੋਲ ਹੁੰਦੇ ਆ। ਔਰ ਇਹ ਵਿਸ਼ਵ ਵਿਆਪਕ ਸੰਸਥਾ ਹੈ, ਪੂਰੇ ਸੰਸਾਰ ਦੀ ਜਿਹੜੀ ਆਬਾਦੀ ਹੈ ਉਹ ਭਿੰਨ-ਭਿੰਨ ਖੇਤਰਾਂ ਵਿੱਚ ਰਾਜਾਂ ਵਿੱਚ ਸੰਗਠਿਤ ਹੋ ਕੇ ਰਹਿੰਦੀ ਹੈ। ਰਾਜ ਸ਼ਬਦ ਦੀ ਅਣਉਚਿਤ ਵਰਤੋਂ ਬਾਰੇ ਦੱਸੋ। ਸਧਾਰਨ ਬੋਲਚਾਲ ਦੀ ਭਾਸ਼ਾ ਵਿੱਚ ਸੰਘਾਤਮਕ ਸਰਕਾਰ ਦੀਆਂ ਇਕਾਈਆਂ ਨੂੰ ਅਸੀਂ ਰਾਜ ਕਹਿ ਦਿੰਦੇ ਹਾਂ, ਜਿਵੇਂ ਭਾਰਤ ਵਿੱਚ ਪੰਜਾਬ, ਰਾਜਸਥਾਨ, ਪੱਛਮੀ ਬੰਗਾਲ ਆਦਿ। ਇਸੇ ਤਰ੍ਹਾਂ ਕਈ ਵਾਰੀ ਸਰਕਾਰ ਦੀ ਥਾਂ ਤੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਸਰਕਾਰ ਵੱਲੋਂ ਪ੍ਰਾਪਤ ਕੀਤੀ ਸਹਾਇਤਾ ਨੂੰ ਰਾਜ ਦੁਆਰਾ ਪ੍ਰਾਪਤ ਸਹਾਇਤਾ ਕਹਿ ਦਿੰਦੇ ਹਾਂ, ਅਤੇ ਸਰਕਾਰੀ ਕਾਲਜ ਨੂੰ ਰਾਜ ਦਾ ਕਾਲਜ ਕਹਿ ਦਿੱਤਾ ਜਾਂਦਾ ਹੈ। ਰਾਜਨੀਤੀ ਸ਼ਾਸਤਰ ਵਿੱਚ ਰਾਜ ਸ਼ਬਦ ਦਾ ਇੱਕ ਵਿਸ਼ੇਸ਼ ਅਰਥ ਹੈ। ਇਸ ਦੀ ਵਰਤੋਂ ਸਰਕਾਰ ਦੀ ਥਾਂ ਤੇ ਕਰਨੀ ਗਲਤ ਹੈ। ਨਾ ਹੀ ਰਾਜ ਸ਼ਬਦ ਦੀ ਵਰਤੋਂ ਸੰਘ ਦੀਆਂ ਇਕਾਈਆਂ ਲਈ ਕੀਤੀ ਜਾ ਸਕਦੀ ਹੈ। ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਰਾਜ ਸ਼ਬਦ ਦੀ ਅਣਉਚਿਤ ਵਰਤੋਂ ਬਾਰੇ ਬਹੁਤ ਵਾਰ ਪੁੱਛ ਲਿਆ ਜਾਂਦਾ ਹੈ। ਰਾਜ ਦੇ ਤੱਤ ਵਸੋਂ ਬਾਰੇ ਤੁਸੀਂ ਕੀ ਜਾਣਦੇ ਹੋ। ਰਾਜ ਦੇ 4 ਤੱਤ ਹੈ, ਤਾਂ ਚਾਰੇ ਪ੍ਰਸ਼ਨ ਜਿਹੜੇ ਤੱਤ ਨੇ ਉਹ 4-4 ਨੰਬਰ 'ਚ ਪੁੱਛੇ ਜਾ ਸਕਦੇ ਨੇ। ਤਾਂ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਵਸੋਂ ਦੇ ਤੱਤ ਬਾਰੇ। ਵਸੋਂ ਰਾਜ ਦਾ ਮਹੱਤਵਪੂਰਨ ਮਨੁੱਖੀ ਤੱਤ ਹੈ। ਇਸ ਤੋਂ ਬਿਨਾਂ ਰਾਜ ਦੀ ਸਥਾਪਨਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਭਾਵੇਂ ਰਾਜ ਦੀ ਵਸੋਂ ਦੀ ਕੋਈ ਨਿਸ਼ਚਿਤ ਸੀਮਾ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ, ਪਰ ਲੋਕਾਂ ਦੇ ਜੀਵਨ ਨੂੰ ਸੁਖਮਈ ਬਣਾਉਣ ਲਈ ਜ਼ਰੂਰੀ ਹੈ ਕਿ ਰਾਜ ਦੀ ਵਸੋਂ ਨਾ ਤਾਂ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ, ਨਾ ਹੀ ਬਹੁਤ ਥੋੜ੍ਹੀ। ਰਾਜ ਦੀ ਵਸੋਂ ਉਸਦੇ ਵਿਕਾਸੀ ਸੋਮਿਆਂ ਦੇ ਅਨੁਪਾਤ ਵਿੱਚ ਹੋਵੇਗੀ ਤਾਂ ਲੋਕਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਸਮਾਜ ਦਾ ਬਹੁਪੱਖੀ ਵਿਕਾਸ ਆਸਾਨੀ ਨਾਲ ਹੋ ਜਾਵੇਗਾ। ਠੀਕ ਹੈ ਜੀ, ਇਹ ਮਨੁੱਖੀ ਤੱਤ ਹੈ, ਅਰਥਾਤ ਆਬਾਦੀ, ਮਨੁੱਖਾਂ ਦੀ ਆਬਾਦੀ ਨੂੰ ਵਸੋਂ ਕਹਿੰਦੇ ਹਾਂ ਅਸੀਂ। ਤੇ ਇਹਦੇ ਤੋਂ ਬਿਨਾਂ ਰਾਜ ਦੀ ਸਥਾਪਨਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਹੁਣ ਜਿਹੜੀ ਨਿਸ਼ਚਿਤ ਕਰਨ ਦੀ ਗੱਲ ਆਵੇ, ਕਿੰਨੀ ਆਬਾਦੀ ਜਿਹੜੀ ਆਈਡੀਅਲ ਹੈ, ਵਧੀਆ ਕਿੰਨੀ ਆਬਾਦੀ ਹੈ, ਤਾਂ ਇਹਦੇ ਬਾਰੇ ਕੋਈ ਨਿਸ਼ਚਿਤ ਸੀਮਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਹਰ ਇੱਕ ਰਾਜ ਦੇ ਆਪਣੇ ਆਪਣੇ ਰਿਸੋਰਸਸ ਹੈ, ਆਪਣੇ ਆਪਣੇ ਉਹਦੇ ਜਿਹੜੇ ਵਿਕਾਸ ਦੇ ਸੋਮੇ ਹੈ, ਤਾਂ ਉਹਨਾਂ ਵਿਕਾਸ ਦੇ ਸੋਮਿਆਂ ਦੇ ਅਨੁਪਾਤ ਵਿੱਚ ਹੋਣੀ ਚਾਹੀਦੀ ਹੈ, ਅਰਥਾਤ ਸਾਰੇ ਲੋਕਾਂ ਦਾ ਜਿਹੜਾ ਹੈ ਆਰਾਮ ਦੇ ਨਾਲ ਗੁਜ਼ਾਰਾ ਹੋ ਜਾਵੇ। ਹੁਣ ਭਾਰਤ ਦੀ ਆਬਾਦੀ ਬਹੁਤ ਜ਼ਿਆਦਾ ਹੈ, ਲਗਭਗ 134 ਕਰੋੜ ਆਬਾਦੀ ਹੈ, ਤਾਂ ਐਡੀ ਵੱਡੀ ਆਬਾਦੀ ਲਈ ਜਿਹੜੇ ਸੋਮੇ ਹੈ ਉਹ ਥੋੜ੍ਹੇ ਪੈ ਜਾਂਦੇ ਆ। ਤਾਂ ਉਹਦੇ ਨਾਲ ਕੀ ਹੈ ਕਿ ਜ਼ਿਆਦਾ ਕੰਮ ਕਰਕੇ ਵੀ ਲੋਕ ਗਰੀਬੀ ਦੀ ਹਾਲਤ ਵਿੱਚ ਰਹਿੰਦੇ ਆ, ਜਾਂ ਆਪਸ 'ਚ ਮੁਕਾਬਲੇ ਦੀ ਭਾਵਨਾ ਜਾਂ ਵਰਗ ਸੰਘਰਸ਼ ਜਾਂ ਇਸ ਤਰ੍ਹਾਂ ਦਾ ਸੰਘਰਸ਼ ਜਿਹੜਾ ਹੈ ਮਨੁੱਖਾਂ ਦੇ ਵਿੱਚ ਚੱਲਦਾ ਰਹਿੰਦਾ ਹੈ। ਇਸ ਲਈ ਜਿਹੜੀ ਆਬਾਦੀ ਆ ਉਹ ਇੰਨੀ ਘੱਟ ਵੀ ਨਹੀਂ ਹੋਣੀ ਚਾਹੀਦੀ ਕਿ ਅਸੀਂ ਆਪਣੇ ਰਿਸੋਰਸ ਦਾ ਪੂਰਾ ਲਾਹਾ ਹੀ ਨਾ ਲੈ ਸਕੀਏ। ਤਾਂ ਜਿਹੜੇ ਵਿਕਾਸ ਦੇ ਸੋਮੇ ਹੈ ਉਹਨਾਂ ਦੇ ਅਨੁਪਾਤ ਦੇ ਵਿੱਚ ਜਿਹੜੀ ਵਸੋਂ ਹੈ ਉਹ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਹੈ ਜੀ ਰਾਜ ਦੇ ਤੱਤ ਨਿਸ਼ਚਿਤ ਭੂਮੀ ਜਾਂ ਇਲਾਕਾ ਬਾਰੇ ਤੁਸੀਂ ਕੀ ਜਾਣਦੇ ਹੋ। ਰਾਜ ਲਈ ਨਿਸ਼ਚਿਤ ਭੂਮੀ ਦਾ ਹੋਣਾ ਜ਼ਰੂਰੀ ਹੈ। ਖਾਨਾਬਦੋਸ਼ ਲੋਕ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਘੁੰਮਦੇ ਰਹਿੰਦੇ ਹਨ, ਉਹ ਰਾਜ ਦਾ ਨਿਰਮਾਣ ਨਹੀਂ ਕਰ ਸਕਦੇ। ਉਹਨਾਂ ਦਾ ਭਾਵੇਂ ਕੋਈ ਸ਼ਾਸਕ ਵੀ ਹੁੰਦਾ ਹੈ, ਰਸਮੋ ਰਿਵਾਜ ਵੀ ਹੁੰਦੇ ਹਨ, ਪਰ ਉਸ ਨੂੰ ਰਾਜ ਨਹੀਂ ਕਿਹਾ ਜਾ ਸਕਦਾ ਜਦੋਂ ਤੱਕ ਉਹ ਕਿਸੇ ਨਿਸ਼ਚਿਤ ਭੂਮੀ 'ਤੇ ਵਸ ਨਾ ਗਏ ਹੋਣ। ਰਾਜ ਦੇ ਨਿਰਮਾਣ ਲਈ ਕਿੰਨੀ ਭੂਮੀ ਦੀ ਲੋੜ ਹੈ, ਇਸ ਬਾਰੇ ਕੋਈ ਸੀਮਾ ਨਿਸ਼ਚਿਤ ਨਹੀਂ ਕਰ ਸਕਦੇ, ਕਿਉਂਕਿ ਸੰਸਾਰ ਵਿੱਚ ਵੱਡੇ ਰਾਜ ਵੀ ਹਨ, ਛੋਟੇ ਰਾਜ ਵੀ ਹਨ। ਜਿਵੇਂ ਰੂਸ ਦਾ ਖੇਤਰਫਲ 86 ਲੱਖ ਵਰਗ ਮੀਲ, ਸਾਨ ਮਰੀਨੋ ਦਾ ਖੇਤਰਫਲ ਸਿਰਫ 90 ਵਰਗ ਮੀਲ ਹੈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਦੇਸ਼ ਨੇ ਜਿਨ੍ਹਾਂ ਦੇ ਖੇਤਰਫਲ ਵਿੱਚ ਬਹੁਤ ਵੱਡਾ ਅੰਤਰ ਪਾਇਆ ਜਾਂਦਾ ਹੈ। ਅਤੇ ਇਸ ਲਈ ਜੇ ਰਾਜ ਦਾ ਜਿਹੜਾ ਦੂਜਾ ਤੱਤ ਹੈ ਨਿਸ਼ਚਿਤ ਭੂਮੀ, ਇਹਦਾ ਹੋਣਾ ਜ਼ਰੂਰੀ ਹੈ, ਕਿਉਂਕਿ ਜਦੋਂ ਸਥਾਈ ਵਸੋਂ ਹੁੰਦੀ ਹੈ, ਰਾਜ ਦੀ ਆਪਣੀ ਇੱਕ ਨਿਸ਼ਚਿਤ ਬਾਉਂਡਰੀ ਹੁੰਦੀ ਹੈ, ਸੀਮਾਵਾਂ ਹੁੰਦੀਆਂ ਹਨ, ਫਿਰ ਹੀ ਰਾਜ ਦੀ ਸਥਾਪਨਾ ਹੋ ਸਕਦੀ ਹੈ। ਤਾਂ ਕਿੰਨੀ ਹੋਣਾ ਚਾਹੀਦਾ ਖੇਤਰਫਲ, ਇਹਦੇ ਬਾਰੇ ਨਹੀਂ ਕੁਝ ਕਿਹਾ ਜਾ ਸਕਦਾ, ਨਿਸ਼ਚਿਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਰੂਸ ਦੀ ਐਗਜ਼ਾਮਪਲ ਦਿੱਤੀ ਹੈ, ਭਾਰਤ ਕੋਲੇ ਵੀ ਕਾਫੀ ਖੇਤਰ ਹੈ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇਹਨਾਂ ਦੇਸ਼ਾਂ ਕੋਲ ਕਾਫੀ ਖੇਤਰ ਹੈ ਅਤੇ ਛੋਟੇ ਛੋਟੇ ਦੇਸ਼ ਵੀ ਹਨ। ਇਸ ਲਈ ਇਹਦੀ ਕੋਈ ਨਿਸ਼ਚਿਤ ਸੀਮਾ ਨਹੀਂ ਕਰ ਸਕਦੇ ਕਿੰਨੀ ਭੂਮੀ ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ। ਅਗਲਾ ਤੱਤ ਹੈ ਜੀ ਰਾਜ ਦੇ ਤੱਤ ਸਰਕਾਰ ਬਾਰੇ ਤੁਸੀਂ ਕੀ ਜਾਣਦੇ ਹੋ। ਕਿਸੇ ਨਿਸ਼ਚਿਤ ਇਲਾਕੇ ਵਿੱਚ ਵਸਦੇ ਲੋਕਾਂ ਦਾ ਸਮੂਹ ਤਦ ਤੱਕ ਰਾਜ ਨਹੀਂ ਖਵਾ ਸਕਦਾ ਜਦ ਤੱਕ ਉਹਨਾਂ ਦੀ ਕੋਈ ਆਪਣੀ ਸਰਕਾਰ ਨਾ ਹੋਵੇ, ਕਿਉਂਕਿ ਸਰਕਾਰ ਹੀ ਇੱਕ ਅਜਿਹਾ ਸੰਗਠਨ ਹੈ ਜਿਸ ਦੁਆਰਾ ਰਾਜ ਦੀਆਂ ਇੱਛਾਵਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਕਿਸੇ ਰਾਜ ਸਰਕਾਰ ਦਾ ਕੋਈ ਵੀ ਰੂਪ ਹੋ ਸਕਦਾ ਹੈ। ਅੱਜ ਕੱਲ੍ਹ ਵੱਖ-ਵੱਖ ਦੇਸ਼ਾਂ ਵਿੱਚ ਸਰਕਾਰ ਦੇ ਵੱਖ-ਵੱਖ ਰੂਪ ਹਨ, ਜਿਵੇਂ ਭਾਰਤ ਅਤੇ ਇੰਗਲੈਂਡ ਵਿੱਚ ਸੰਸਦੀ ਸਰਕਾਰ ਹੈ ਅਤੇ ਅਮਰੀਕਾ ਵਿੱਚ ਪ੍ਰਧਾਨਗੀ ਸਰਕਾਰ। ਇਸੇ ਤਰ੍ਹਾਂ ਭਾਰਤ ਵਿੱਚ ਸੰਘਾਤਮਕ ਸਰਕਾਰ ਅਤੇ ਇੰਗਲੈਂਡ ਵਿੱਚ ਇਕਾਤਮਕ ਸਰਕਾਰ ਹੈ। ਇਸ ਲਈ ਅਸੀਂ ਇਸ ਸਿੱਟੇ 'ਤੇ ਪੁੱਜਦੇ ਹਾਂ ਕਿ ਸਰਕਾਰ ਦਾ ਚਾਹੇ ਕੋਈ ਵੀ ਰੂਪ ਹੋਵੇ, ਪਰੰਤੂ ਰਾਜ ਵਿੱਚ ਸਰਕਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ ਜੀ, ਕਿਉਂਕਿ ਰਾਜ ਜਿਹੜਾ ਹੈਗਾ ਉਹ ਨਿਰੰਕਾਰ ਹੈ, ਰਾਜ ਦਾ ਕੋਈ ਰੂਪ ਨਹੀਂ ਹੈ।
ਰਾਜ ਆਪਣੀ ਇੱਛਾ ਕਿਵੇਂ ਪ੍ਰਗਟਾਉਂਦਾ ਹੈ? ਸਰਕਾਰ ਰਾਹੀਂ, ਕਿਉਂਕਿ ਸਰਕਾਰ ਸਾਕਾਰ ਰੂਪ ਹੈ, ਇਸ ਲਈ ਸਰਕਾਰ ਹੀ ਇੱਕ ਤੱਤ ਹੈ ਜਿਹੜਾ ਰਾਜ ਦੀ ਇੱਛਾ ਨੂੰ ਪ੍ਰਗਟਾਉਂਦਾ ਹੈ, ਔਰ ਸਰਕਾਰ ਦਾ ਹੋਣਾ ਬਹੁਤ ਜ਼ਰੂਰੀ ਹੈ, ਚਾਹੇ ਸਰਕਾਰ ਕਿਸੇ ਵੀ ਕਿਸਮ ਦੀ ਕਿਉਂ ਨਾ ਹੋਵੇ। ਅੱਗੇ ਆ ਗਿਆ ਜੀ ਰਾਜ ਦੇ ਤੱਤ ਪ੍ਰਭੂ ਸੱਤਾ ਬਾਰੇ ਤੁਸੀਂ ਕੀ ਜਾਣਦੇ ਹੋ? ਪ੍ਰਭੂ ਸੱਤਾ ਸ਼ਬਦ ਲਤੀਨੀ ਭਾਸ਼ਾ ਦੇ ਸੁਪਰਨੇਸ ਸ਼ਬਦ ਤੋਂ ਲਿਆ ਗਿਆ, ਕਿਉਂਕਿ ਪ੍ਰਭੂ ਸੱਤਾ ਨੂੰ ਅੰਗਰੇਜ਼ੀ ਦੇ ਵਿੱਚ ਸੋਵਰੈਨਿਟੀ ਕਿਹਾ ਜਾਂਦਾ ਹੈ। ਤਾਂ ਸੋਵਰੈਨਿਟੀ ਜਿਹੜਾ ਸ਼ਬਦ ਹੈ ਉਹ ਲਿਆ ਗਿਆ ਹੈ ਜੀ ਸੁਪਰਨੇਸ ਸ਼ਬਦ ਤੋਂ ਲਤੀਨੀ ਭਾਸ਼ਾ ਦੇ, ਜਿਸ ਦਾ ਅਰਥ ਹੈ ਸਰਵਉੱਚ ਸੱਤਾ, ਮਤਲਬ ਸਾਰਿਆਂ ਤੋਂ ਉੱਚੀ ਸੰਸਥਾ। ਰਾਜ ਜਿਹੜਾ ਹੈਗਾ ਬਾਕੀ ਸਾਰੀਆਂ ਸੰਸਥਾਵਾਂ ਦੇ ਨਾਲੋਂ, ਜਿਹੜੀ ਪ੍ਰਭੂ ਸੱਤਾ ਹੈ ਬਾਕੀ ਸਾਰੀਆਂ ਜਿਹੜੇ ਤੱਤ ਹੈ ਉਹਨਾਂ ਦੇ ਨਾਲ ਸਰਵਉੱਚ, ਜਿਹੜਾ ਰਾਜ ਨੂੰ ਸਰਵਉੱਚ ਸੱਤਾ ਪ੍ਰਾਪਤ ਕਰਦੀ ਹੈ। ਰਾਜ ਸਾਰੀਆਂ ਸੰਸਥਾਵਾਂ ਤੋਂ ਸ਼ਕਤੀਸ਼ਾਲੀ ਜਾਂ ਸਰਵਉੱਚ ਕਿਉਂ ਹੈ? ਕਿਉਂਕਿ ਉਹਦੇ ਕੋਲ ਪ੍ਰਭੂ ਸੱਤਾ ਹੈ। ਪ੍ਰਭੂ ਸੱਤਾ ਰਾਜ ਦਾ ਬਹੁਤ ਮਹੱਤਵਪੂਰਨ ਤੱਤ ਹੈ, ਤੇ ਪ੍ਰਭੂ ਸੱਤਾ ਦੋ ਤਰ੍ਹਾਂ ਦੀ ਹੁੰਦੀ ਹੈ। ਬੜਾ ਇੰਪੋਰਟੈਂਟ ਕੁਐਸਚਨ ਹੈ, ਅੰਦਰੂਨੀ ਪ੍ਰਭੂ ਸੱਤਾ, ਬਾਹਰਲੀ ਪ੍ਰਭੂ ਸੱਤਾ। ਅੰਦਰੂਨੀ ਪ੍ਰਭੂ ਸੱਤਾ ਕੀ ਹੁੰਦੀ ਹੈ ਕਿ ਰਾਜ ਆਪਣੇ ਰਾਜ ਵਿੱਚ ਸਾਰੀਆਂ ਸੰਸਥਾਵਾਂ ਤੋਂ ਸਰਵਉੱਚ ਹੈ, ਔਰ ਸਾਰੀਆਂ ਸੰਸਥਾਵਾਂ ਰਾਜ ਦੇ ਆਦੇਸ਼ ਨੂੰ ਮੰਨਣ ਲਈ ਪਾਬੰਦ ਹਨ। ਤੇ ਬਾਹਰਲੀ ਪ੍ਰਭੂ ਸੱਤਾ ਕੀ ਹੈ ਕਿ ਰਾਜ ਉੱਪਰ ਕਿਸੇ ਵੀ ਬਾਹਰਲੇ ਦੇਸ਼ ਜਾਂ ਬਾਹਰਲੀ ਸੰਸਥਾ ਦਾ ਨਿਯੰਤਰਣ ਜਾਂ ਕੰਟਰੋਲ ਨਹੀਂ ਹੈ। ਰਾਜ ਬਾਹਰਲੇ ਫੈਸਲੇ ਸੰਬੰਧੀ ਆਪਣੇ ਨਿਰਣੇ ਲੈਣ ਲਈ ਸੁਤੰਤਰ ਹੈ। ਇਸ ਤੋਂ ਬਾਅਦ ਪ੍ਰਸ਼ਨ ਨੰਬਰ 17 ਦੇ ਵਿੱਚ ਆ ਗਿਆ ਰਾਜ ਦੇ ਗੈਰ ਜ਼ਰੂਰੀ ਤੱਤ। ਜਿਹੜੇ ਅਸੀਂ ਪੜ੍ਹੇ ਸੀ 4 ਤੱਤ, ਉਹ ਸੀ ਜ਼ਰੂਰੀ ਤੱਤ, ਉਹਨਾਂ 'ਚੋਂ ਕੋਈ ਵੀ ਇੱਕ ਤੱਤ ਨਾ ਹੋਵੇ ਤਾਂ ਰਾਜ ਦੀ ਜਿਹੜੀ ਹੋਂਦ ਹੈ ਉਹ ਜਾਂ ਰਾਜ ਦਾ ਨਿਰਮਾਣ ਨਹੀਂ ਹੋ ਸਕਦਾ। ਤਾਂ ਇਹ ਤੱਤ ਨੇ ਜਿਹੜੇ ਗੈਰ ਜ਼ਰੂਰੀ ਨੇ, ਹੁੰਦੇ ਨੇ ਪਰ ਨਾ ਵੀ ਹੋਣ ਤਾਂ ਰਾਜ ਦੀ ਹੋਂਦ ਰਹਿੰਦੀ ਹੈ। ਸਥਿਰਤਾ, ਅਰਥਾਤ ਰਾਜ ਸਥਿਰ ਰਹਿੰਦਾ ਹੈ, ਰਾਜ ਕਦੀ ਖਤਮ ਨਹੀਂ ਹੁੰਦਾ। ਸਮਾਨਤਾ, ਰਾਜ ਚਾਹੇ ਛੋਟਾ ਹੋਵੇ ਜਾਂ ਵੱਡਾ ਹੋਵੇ, ਰਾਜ ਸਾਰੇ ਸਮਾਨ ਹੁੰਦੇ ਆ। ਆਕਾਰ, ਵਸੋਂ ਜਾਂ ਹੋਰ ਕਿਸੇ ਵੀ ਆਧਾਰ ਤੇ ਛੋਟਾ ਵੱਡਾ ਰਾਜ ਜਾਂ ਰਾਜਾਂ ਦੇ ਵਿੱਚ ਬਰਾਬਰਤਾ ਜਿਹੜੀ ਖਤਮ ਨਹੀਂ ਹੁੰਦੀ। ਮਾਨਤਾ, ਜਦ ਤੱਕ ਰਾਜ ਨੂੰ ਦੂਸਰੇ ਰਾਜਾਂ ਦੁਆਰਾ ਮਾਨਤਾ ਨਹੀਂ ਦਿੱਤੀ ਜਾਂਦੀ ਤਦ ਤੱਕ ਉਹ ਰਾਜ ਹੋਂਦ ਵਿੱਚ ਨਹੀਂ ਆਉਂਦਾ ਗਾ। ਕਿਉਂਕਿ ਜਿਵੇਂ ਬੰਗਲਾਦੇਸ਼ ਜਦੋਂ 1971 ਦੇ ਵਿੱਚ ਪਾਕਿਸਤਾਨ ਤੋਂ ਆਜ਼ਾਦ ਹੋਇਆ ਸੀ ਤਾਂ ਭਾਰਤ ਪਹਿਲਾ ਦੇਸ਼ ਸੀ ਜਿਨ੍ਹਾਂ ਨੂੰ ਮਾਨਤਾ ਦਿੱਤੀ ਸੀ, ਤੇ ਉਸ ਤੋਂ ਬਾਅਦ ਹੋਰ ਕਈ ਦੇਸ਼ਾਂ ਨੇ ਮਾਨਤਾ ਦਿੱਤੀ ਹੈ। ਇਸੇ ਤਰ੍ਹਾਂ ਚੀਨ, ਜਦੋਂ ਚੀਨ ਦੇ ਵਿੱਚ ਕ੍ਰਾਂਤੀ ਹੋਈ ਸੀਗੀ ਉਦੋਂ ਵੀ ਕਈ ਦੇਸ਼ਾਂ ਨੇ ਉਹਨੂੰ ਮਾਨਤਾ ਦਿੱਤੀ, ਫਿਰ ਉਹ ਜਿਹੜਾ ਸੀਗਾ ਇੱਕ ਦੇਸ਼ ਦਾ ਦਰਜਾ ਉਹਨੂੰ ਦਿੱਤਾ ਗਿਆ। ਇਸ ਤਰ੍ਹਾਂ ਦੂਜੇ ਦੇਸ਼ਾਂ ਦੀ ਮਾਨਤਾ ਵੀ ਰਾਜ ਲਈ ਬਹੁਤ ਜ਼ਰੂਰੀ ਹੈ। ਏਕਤਾ, ਰਾਜ ਦਾ ਜਿਹੜਾ ਸੰਗਠਨ ਹੈ, ਰਾਜ ਦੀਆਂ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਏਕਤਾ ਹੋਣੀ ਚਾਹੀਦੀ ਹੈ, ਫਿਰ ਹੀ ਰਾਜ ਜਿਹੜਾ ਹੈਗਾ ਉਹ ਸਫਲਤਾਪੂਰਵਕ ਕੰਮ ਕਰ ਸਕਦਾ ਹੈ। ਇਸ ਤੋਂ ਬਾਅਦ ਹੈਗਾ ਜੀ ਰਾਜ ਦੇ ਤੱਤਾਂ ਵਿੱਚੋਂ ਸਭ ਤੋਂ ਜ਼ਰੂਰੀ ਤੱਤ ਕਿਹੜਾ ਹੈ? ਤਾਂ ਇਹ ਪ੍ਰਸ਼ਨ ਅਕਸਰ ਉਤਪੰਨ ਹੁੰਦਾ ਹੈ ਕਿ ਇਹਨਾਂ 4 ਤੱਤਾਂ ਵਿੱਚੋਂ ਕਿਹੜਾ ਤੱਤ ਸਭ ਤੋਂ ਜ਼ਿਆਦਾ ਮਹੱਤਵਪੂਰਨ ਜਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ? ਵਾਸਤਵ ਵਿੱਚ ਇਹਨਾਂ ਸਾਰੇ ਤੱਤਾਂ ਦੀ ਮਹੱਤਤਾ ਇੱਕੋ ਜਿਹੀ ਹੈ। ਜਿਸ ਤਰ੍ਹਾਂ ਮਨੁੱਖ ਦੇ ਸਰੀਰ ਦੇ ਹਰੇਕ ਅੰਗ ਦਾ ਆਪਣਾ ਆਪਣਾ ਸਥਾਨ ਹੈ ਅਤੇ ਭਿੰਨ ਭਿੰਨ ਅੰਗਾਂ ਦੇ ਸਮੁੱਚੇ ਸਮੂਹ ਨੂੰ ਮਨੁੱਖੀ ਸਰੀਰ ਦਾ ਨਾਂ ਦਿੱਤਾ ਜਾਂਦਾ ਹੈ, ਇਸੇ ਤਰ੍ਹਾਂ ਰਾਜ ਦੇ ਨਿਰਮਾਣ ਲਈ ਜਨਸੰਖਿਆ, ਨਿਸ਼ਚਿਤ ਭੂਮੀ, ਸਰਕਾਰ ਅਤੇ ਪ੍ਰਭੂਸੱਤਾ ਚਾਰੇ ਤੱਤਾਂ ਦੀ ਜ਼ਰੂਰਤ ਹੈ ਅਤੇ ਇਹਨਾਂ ਸਾਰੇ ਤੱਤਾਂ ਦੇ ਸਮੂਹ ਨੂੰ ਰਾਜ ਦਾ ਨਾਂ ਦਿੱਤਾ ਜਾਂਦਾ ਹੈ। ਵਾਸਤਵ ਵਿੱਚ ਇਹਨਾਂ ਚਾਰੇ ਤੱਤਾਂ ਦਾ ਮਹੱਤਵ ਇੱਕੋ ਜਿਹਾ ਹੀ ਹੈ। ਹਰੇਕ ਤੱਤ ਦੀ ਲੋੜ ਇੱਕ ਦੂਜੇ ਤੇ ਨਿਰਭਰ ਹੈ। ਇਸ ਲਈ ਸੰਖੇਪ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਜਨਸੰਖਿਆ, ਭੂਮੀ, ਸਰਕਾਰ, ਪ੍ਰਭੂਸੱਤਾ ਰਾਜ ਦੇ ਜ਼ਰੂਰੀ ਤੱਤਾਂ ਵਿੱਚੋਂ ਹਨ ਅਤੇ ਇਹਨਾਂ ਵਿੱਚੋਂ ਕਿਸੇ ਵੀ ਤੱਤ ਨੂੰ ਘੱਟ ਮਹੱਤਵਪੂਰਨ ਨਹੀਂ ਸਮਝਿਆ ਜਾ ਸਕਦਾ। ਠੀਕ ਹੈ ਜੀ, ਰਾਜ ਦੇ 4 ਤੱਤ ਹੈ, ਚਾਰੇ ਜ਼ਰੂਰੀ ਹੈ, ਚਾਰਾਂ 'ਚੋਂ ਇੱਕ ਵੀ ਨਹੀਂ ਤਾਂ ਰਾਜ ਦੀ ਹੋਂਦ ਨਹੀਂ। ਇਸ ਲਈ ਚਾਰੇ ਤੱਤ ਨੇ ਜਿਹੜੇ ਉਹ ਮਹੱਤਵਪੂਰਨ। ਜਿਵੇਂ ਮਨੁੱਖੀ ਸਰੀਰ ਨੂੰ ਦੇ ਵਿੱਚ ਸਾਡੇ ਕੋਈ ਵੀ ਛੋਟੇ ਜਿਹੇ ਅੰਗ ਤੇ ਵੀ ਚੋਟ ਲੱਗ ਜਾਵੇ, ਸਾਡੀ ਉਂਗਲੀ ਤੇ ਵੀ ਸੱਟ ਵੱਜ ਜਾਵੇ ਤਾਂ ਸਾਡਾ ਸਰੀਰ ਜਿਹੜਾ ਹੈ ਪੂਰੀ ਤਰ੍ਹਾਂ ਕੰਮ ਕਰਨ ਤੋਂ ਸਮਰੱਥ ਹੋ ਜਾਂਦਾ ਜਾਂ ਪੂਰੀ ਸ਼ਮਤਾ ਨਾਲ ਕੰਮ ਨਹੀਂ ਕਰ ਪਾਉਂਦਾ। ਇਸ ਲਈ ਇਸੇ ਤਰ੍ਹਾਂ ਜਿਹੜੇ 4 ਤੱਤ ਨੇ ਉਹ ਵੀ, ਉਹਨਾਂ 'ਚੋਂ ਜੇ ਕੋਈ ਵੀ ਤੱਤ ਨਹੀਂ ਤਾਂ ਰਾਜ ਜਿਹੜਾ ਹੈ ਉਹ ਅਸਫਲਤਾਪੂਰਵਕ ਕੰਮ ਨਹੀਂ ਕਰ ਸਕੇਗਾ। ਹੁਣ ਅੱਗੇ ਆ ਗਿਆ ਜੀ, ਇਹ ਤਾਂ ਠੀਕ ਹੈ ਕਿ ਰਾਜ ਦੇ ਚਾਰੇ ਤੱਤ ਮਹੱਤਵਪੂਰਨ ਹੈ, ਪਰ ਫਿਰ ਦੂਜਾ ਸਵਾਲ ਆਉਂਦਾ ਵੀ ਰਾਜ ਤੱਕ ਜੋ ਸਭ ਤੋਂ ਵੱਧ ਮਹੱਤਵਪੂਰਨ ਤੱਤ ਕਿਹੜਾ ਹੈ? ਰਾਜ ਦੇ 4 ਜ਼ਰੂਰੀ ਤੱਤ ਹਨ। ਕਿਸੇ ਵੀ ਤੱਤ ਨੂੰ ਘੱਟ ਜ਼ਰੂਰੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਕਿਸੇ ਇੱਕ ਵੀ ਤੱਤ ਦੀ ਅਣਹੋਂਦ ਰਾਜ ਨੂੰ ਨਸ਼ਟ ਕਰ ਦੇਵੇਗੀ। ਪਰ ਜੇਕਰ ਮਹੱਤਤਾ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਪ੍ਰਭੂਸੱਤਾ ਸਭ ਤੋਂ ਮਹੱਤਵਪੂਰਨ ਹੈ। ਇਸ ਦੀ ਮਹੱਤਤਾ ਦਾ ਮੁੱਖ ਕਾਰਨ ਇਹ ਹੈ ਕਿ ਇਹ ਤੱਤ ਕਿਸੇ ਵੀ ਦੂਜੀ ਸੰਸਥਾ ਕੋਲ ਨਹੀਂ ਹੋ ਸਕਦਾ। ਪ੍ਰਭੂਸੱਤਾ ਕੇਵਲ ਰਾਜ ਕੋਲ ਹੀ ਹੋ ਸਕਦੀ ਹੈ। ਪ੍ਰਭੂਸੱਤਾ ਦੇ ਜ਼ਿਆਦਾ ਮਹੱਤਵਪੂਰਨ ਹੋਣ ਦਾ ਕਾਰਨ ਇਹ ਹੈ ਕਿ ਰਾਜ ਦਾ ਇਹ ਤੱਤ ਰਾਜ ਨੂੰ ਦੂਜੀਆਂ ਸਮੁਦਾਵਾਂ ਅਤੇ ਸੰਸਥਾਵਾਂ ਤੋਂ ਵੱਖਰਿਆ ਕਰਦਾ ਹੈ।
ਇਹ ਤੱਥ ਹੀ ਰਾਜ ਨੂੰ ਸਰੀਰਕ ਦਬਾਅ ਸ਼ਕਤੀ ਪ੍ਰਦਾਨ ਕਰਦਾ ਹੈ। ਸਰੀਰਕ ਦਬਾਅ ਸ਼ਕਤੀ ਹੁੰਦੀ ਹੈ ਕਿ ਜੇਕਰ ਕੋਈ ਸੰਸਥਾ ਜਾਂ ਵਿਅਕਤੀ ਰਾਜ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਸਰੀਰਕ ਦੰਡ ਦਿੱਤਾ ਜਾ ਸਕਦਾ ਹੈ। ਇਸ ਤਰ੍ਹਾਂ ਦੀ ਸ਼ਕਤੀ ਕਿਸੇ ਵੀ ਦੂਜੀ ਸੰਸਥਾ ਕੋਲ ਹੋਰ ਨਹੀਂ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਰਾਜ ਦੇ ਚਾਰੇ ਤੱਤ ਜ਼ਰੂਰੀ ਹਨ ਅਤੇ ਕੋਈ ਵੀ ਤੱਤ ਘੱਟ ਜ਼ਰੂਰੀ ਜਾਂ ਗੈਰ ਜ਼ਰੂਰੀ ਨਹੀਂ ਹੈ, ਪਰ ਮਹੱਤਤਾ ਦੇ ਪੱਖ ਤੋਂ ਪ੍ਰਭੂ ਸੱਤਾ ਸਭ ਤੋਂ ਮਹੱਤਵਪੂਰਨ ਤੱਤ ਹੈ। ਕਿਹੜਾ ਤੱਤ? ਪ੍ਰਭੂ ਸੱਤਾ। ਪ੍ਰਭੂ ਸੱਤਾ ਸਭ ਤੋਂ ਮਹੱਤਵਪੂਰਨ ਤੱਤ ਹੈ। ਇਹੀ ਉਹ ਜਿਹਾ ਤੱਤ ਹੈ ਜਿਹੜਾ ਰਾਜ ਨੂੰ ਬਾਕੀ ਸੰਸਥਾਵਾਂ ਤੋਂ ਸਰਵਉੱਚ ਬਣਾਉਂਦਾ ਹੈ। ਤੇ ਇਹ ਸੀ ਸਾਡਾ ਅੱਜ ਦਾ ਟੌਪਿਕ, ਜਿਹਦੇ ਵਿੱਚ ਅਸੀਂ ਰਾਜ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਦੇ ਪ੍ਰਸ਼ਨਾਂ ਅਤੇ ਉੱਤਰਾਂ ਦੀ ਦੁਹਰਾਈ ਕੀਤੀ ਹੈ। ਉਮੀਦ ਹੈ ਅੱਜ ਦਾ ਲੈਕਚਰ ਤੁਹਾਨੂੰ ਪਸੰਦ ਆਇਆ ਹੋਵੇਗਾ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਹੈ। ਧੰਨਵਾਦ, ਸ਼ੁਕਰੀਆ।